ਸਤਿ ਸ਼੍ਰੀ ਅਕਾਲ ਜੀ। ਇੱਕ ਸਟੂਡੈਂਟ ਕੁਐਸਚਨ ਕਰਦੇ ਆ ਵੀ ਅਖਬਾਰ ਕਿਹੜਾ ਕੀਤਾ ਜਾਵੇ, ਕਦੋਂ ਕੀਤਾ ਜਾਵੇ, ਵੀ ਜਦੋਂ ਕਿਹੜੇ ਟਾਈਮ ਕਿਹੜੀ ਸਿਚੁਏਸ਼ਨ ਹੁੰਦੀ ਜਿੱਥੇ ਆਪਾਂ ਅਖਬਾਰ ਨੂੰ ਸਟਾਰਟ ਕਰਦੇ ਆ। ਇੱਕ ਤਾਂ ਆਪਣੀ ਬੁੱਕਸ ਜਿਹੜੀਆਂ ਹੈਗੀਆਂ 9 ਬੁੱਕਸ ਮੈਂ ਤੁਹਾਨੂੰ ਕਿਹਾ ਹੋਇਆ ਉਹ ਕਵਰ ਕਰਨੀ ਜ਼ਰੂਰੀ ਆ। ਉਹਦਾ ਕਾਰਨ ਤੁਹਾਨੂੰ ਅੱਜ ਦੱਸ ਦਿੰਨਾ। ਜਿਵੇਂ ਫਰੀਦਕੋਟ ਸਾਡਾ ਏਰੀਆ ਹੈਗਾ, ਫਿਰੋਜ਼ਪੁਰ ਤੋਂ ਲੈ ਕੇ ਪਟਿਆਲੇ ਤੱਕ, ਇੱਧਰ ਸਾਰੇ ਸਟੂਡੈਂਟ ਜ਼ਿਆਦਾਤਰ ਲੈਂਗੁਏਜ ਡਿਪਾਰਟਮੈਂਟ ਦੇ ਦਾ ਜਿਹੜਾ ਟੈਕਨੀਕ ਹੈਗੀ ਉਹ ਕਰਦੇ ਆ। ਜਿਹੜਾ ਉੱਪਰਲਾ ਆਪਣਾ ਏਰੀਆ ਹੈਗਾ ਨਵਾਂ ਸ਼ਹਿਰ, ਰੋਪੜ, ਇਧਰਲੀ ਸਾਈਡ ਵਾਲੇ ਸਟੂਡੈਂਟ, ਮੋਹਾਲੀ ਵਾਲੇ ਸਟੂਡੈਂਟ ਹੈਗੇ ਆ, ਉਹ ਕਰਦੇ ਕਰਤਾਰ ਸਿੰਘ ਦੀ ਟੈਕਨੀਕ। ਪਟਿਆਲੇ ਵਿੱਚ ਵੀ ਰਜਿੰਦਰ ਸਿੰਘ ਦੀ ਕਾਫੀ ਟੈਕਨੀਕ ਲੋਕ ਸਟੂਡੈਂਟ ਕਰਦੇ, ਮਾਨਸਾ ਸੰਗਰੂਰ ਦੇ ਵਿੱਚ ਵੀ ਕਰਦੇ ਆ। ਠੀਕ ਆ। ਆਪਣੇ ਹੁਣ ਤਾਂ ਸਾਰੇ ਪੰਜਾਬ ਦੇ ਵਿੱਚ ਹੀ ਸ਼ਾਰਟ ਹੈਂਡ ਸਟੂਡੈਂਟ ਕਰਨ ਲੱਗ ਪਿਆ। ਜ਼ਿਆਦਾ ਟੈਕਨੀਕ ਜਿੰਨੇ ਵੀ ਇੰਸਟ੍ਰਕਟਰ ਹੈਗੇ ਆ ਭਾਸ਼ਾ ਵਿਭਾਗ ਦੇ, ਉਹ ਲੈਂਗੁਏਜ ਡਿਪਾਰਟਮੈਂਟ ਦੀ ਟੈਕਨੀਕ ਹੀ ਕਰਾਉਂਦੇ ਆ। ਜਿਹੜੇ ਪੁਰਾਣੇ ਬਜ਼ੁਰਗ ਹੈਗੇ ਆ, ਕਰਤਾਰ ਸਿੰਘ ਜਿਹਨੇ ਟੈਕਨੀਕ ਕੀਤੀ ਹੋਈ ਸੀ, ਉਹ ਟੈਕਨੀਕ ਉਸੇ ਨੂੰ ਹਾਲੇ ਤੱਕ ਫੋਲੋ ਕਰਦੇ ਆ। ਉਹਨਾਂ ਨੇ ਨਵੀਂ ਟੈਕਨੀਕ ਨਹੀਂ ਸਿੱਖੀ। ਅੱਜ ਕੋਈ ਨਵੀਂ ਜੇ ਟੈਕਨੀਕ ਆ ਜਾਂਦੀ ਆ ਤੇ ਮੈਂ ਜਿਹੜੀ ਮੈਂ ਸਿੱਖੀ ਹੋਈ ਆ ਮੈਂ ਉਹੀ ਕਰਾਊਂਗਾ। ਮੈਂ ਨਵੀਂ ਹੁਣ ਮੁੜ ਤੋਂ ਦੁਬਾਰਾ ਨਹੀਂ ਸਟਾਰਟ ਕਰ ਸਕਦਾ, ਨਹੀਂ ਸਿੱਖ ਸਕਦਾ। ਉਹਨੂੰ ਭੁੱਲਣਾ ਪਊਗਾ। ਜੋ ਮੈਂ ਪਹਿਲਾਂ ਸਿੱਖਿਆ ਹੋਇਆ ਪਹਿਲਾਂ ਉਹਨੂੰ ਭੁੱਲਣਾ ਪਊਗਾ, ਫਿਰ ਹੀ ਮੈਂ ਨਵਾਂ ਸਿੱਖ ਸਕਦਾ ਹਾਂ। ਠੀਕ ਆ। ਇਸ ਕਰਕੇ ਤੁਸੀਂ ਵੇਖੋ ਵੀ ਪੰਜਾਬ ਦੇ ਵਿੱਚ ਜਿੰਨੇ ਇੰਸਟ੍ਰਕਟਰ ਹੈਗੇ ਆ ਉਹ ਅਲੱਗ-ਅਲੱਗ ਡਿਸਟ੍ਰਿਕਟ ਦੇ ਅਕੋਰਡਿੰਗ, ਜਿਵੇਂ ਉਹਨੂੰ ਪੁਰਾਣੀ ਸਿੱਖੀ ਹੋਈ ਉਹਦੇ ਅਕੋਰਡਿੰਗ ਉਹ ਸਟੂਡੈਂਟ ਨੂੰ ਅੱਗੇ ਸਿਖਾ ਰਹੇ ਆ। ਤੇ ਇਹਨਾਂ ਬੰਦਿਆਂ ਦੀ ਹੀ ਡਿਊਟੀ ਲੱਗਣੀ ਹੁੰਦੀ ਪੇਪਰ ਦੇ ਵਿੱਚ। ਜਿਹੜੇ ਬੰਦੇ ਨੇ ਲੈਂਗੁਏਜ ਡਿਪਾਰਟਮੈਂਟ ਟੈਕਨੀਕ ਕੀਤੀ ਆ ਉਹਦੀ ਕੋਸ਼ਿਸ਼ ਇਹ ਹੋਏਗੀ ਵੀ ਉਹ ਲੈਂਗੁਏਜ ਡਿਪਾਰਟਮੈਂਟ ਦੇ ਜਿਹੜੇ ਪੈਰੇ ਹੈਗੇ ਆ, ਲੈਂਗੁਏਜ ਡਿਪਾਰਟਮੈਂਟ ਦੀ ਜਿਹੜੀ ਬੁੱਕਸ ਹੈਗੀਆਂ ਉਹਨਾਂ ਨੂੰ ਕਵਰ ਕਰਾਵੇ ਤੇ ਪੈਰੇ ਨੂੰ ਉਹਦੇ ਵਿੱਚ ਹੀ ਪਾਵੇ। ਕਿਉਂਕਿ ਪੇਪਰ ਬਣਾਉਣ ਦੇ ਵਿੱਚ ਵੀ ਡਿਊਟੀ ਇਹਨਾਂ ਬੰਦੇ ਦੀ ਲੱਗਣੀ ਹੁੰਦੀ ਆ। ਜਿਹੜੇ ਸਰਕਾਰੀ ਇੰਸਟ੍ਰਕਟਰ ਹੈਗੇ ਆ ਉਹ ਕਿਸੇ ਵੀ ਡਿਪਾਰਟਮੈਂਟ 'ਚ ਹੋ, ਚਾਹੇ ਲੈਂਗੁਏਜ ਡਿਪਾਰਟਮੈਂਟ ਦੇ ਵੀ ਹੋ ਸਕਦੇ, ਵਿਧਾਨ ਸਭਾ ਦੇ ਵੀ ਹੋ ਸਕਦੇ ਆ। ਜੂਨੀਅਰ ਸਕਿੱਲ ਸਟੈਨੋਗ੍ਰਾਫਰ, ਸੀਨੀਅਰ ਸਕਿੱਲ ਸਟੈਨੋਗ੍ਰਾਫਰ, ਇੰਸਟ੍ਰਕਟਰ ਕਿਸੇ ਵੀ, ਜਿਵੇਂ ITI ਦੇ ਵਿੱਚ ਇੰਸਟ੍ਰਕਟਰ ਹੁੰਦੇ ਆ, ਜਿਹੜੇ ਹੁਣ ਸਰਕਾਰੀ ਸਕੂਲਾਂ ਵਿੱਚ ਸਟੈਨੋ ਵਾਲੇ ਇੰਸਟ੍ਰਕਟਰ ਹੁੰਦੇ ਵੋਕੇਸ਼ਨਲ ਦੇ, ਉਹਨਾਂ ਨੂੰ ਪੇਪਰ ਬਣਾਉਣ ਲਈ ਦਿੱਤਾ ਜਾ ਸਕਦਾ ਹੁੰਦਾ। ਠੀਕ ਹੈ। ਉਹਨਾਂ ਨੇ ਕਿਹੜੀ ਟੈਕਨੀਕ ਕੀਤੀ ਹੋਈ ਆ ਉਹਦੇ ਅਕੋਰਡਿੰਗ ਉਹਨੇ ਪੇਪਰ ਨੂੰ ਡਿਜ਼ਾਈਨ ਕਰਨਾ ਹੁੰਦਾ। ਥੋੜਾ ਬਹੁਤਾ ਅਖਬਾਰ ਦਾ ਮੈਟਰ ਤੇ ਥੋੜੀਆਂ ਜੋ ਉਹਨਾਂ ਨੇ ਆਪਣੀਆਂ ਬੁੱਕਸ ਵਿੱਚੋਂ ਪਾਉਣਾ ਹੁੰਦਾ ਆ। ਇਸ ਕਰਕੇ ਹੀ ਮੈਂ ਹਮੇਸ਼ਾ ਸਟੂਡੈਂਟ ਕਹਿੰਦਾ ਵੀ 9 ਬੁੱਕਸ ਆਪਾਂ ਨੂੰ ਕਰਨੀਆਂ ਪੈਣੀਆਂ। ਕੋਈ ਆਪਣੇ ਪੇਪਰ ਦੇ ਵਿੱਚ ਕੋਈ ਪਤਾ ਨਹੀਂ ਕਿਹੜੇ ਬੰਦੇ ਦੀ ਡਿਊਟੀ ਲੱਗਣੀ ਆ ਤੇ ਕਿਹੜੇ ਨੇ ਪੇਪਰ ਉਹ ਡਿਜ਼ਾਈਨ ਕੀਤਾ, ਕਿੱਥੋਂ ਦਾ ਕੀਤਾ ਹੋਇਆ। ਲੈਂਗੁਏਜ ਡਿਪਾਰਟਮੈਂਟ 3 ਬੁੱਕਸ ਹੈਗੀਆਂ ਆਪਣੀਆਂ, ਸ਼੍ਰੇਣੀ ਅਭਿਆਸ, 5 ਮਿੰਟ ਗਤੀ ਅਭਿਆਸ ਤੇ ਤੀਬਰ ਗਤੀ। ਕਰਤਾਰ ਸਿੰਘ ਨੇ 3 ਹੈਗੀਆਂ, 60, 80, 100। ਰਜਿੰਦਰ ਸਿੰਘ ਦੀਆਂ 80, 100 ਤੇ 120। ਇਹ ਸਾਰੀਆਂ ਕਰਨ ਤੋਂ ਬਾਅਦ ਇਹਨਾਂ ਦੀ ਪ੍ਰੈਕਟਿਸ ਨਹੀਂ ਕਰਨੀ ਹੁੰਦੀ। ਬਹੁਤ ਸਟੂਡੈਂਟ ਕਨਫਿਊਜ਼ ਹੈ ਕਿ 9 ਬੁੱਕਸ ਨੂੰ ਕਰਨ ਤੇ ਫਿਰ 9 ਸਾਲ ਲੱਗ ਜਾਣਗੇ ਡਿਕਟੇਸ਼ਨ। ਕੋਈ ਜਿਹੜੀ ਇੱਕ ਬੁੱਕ ਦੇ ਵਿੱਚ 100 ਡਿਕਟੇਸ਼ਨ ਹੈਗੀ ਆ, ਫਿਰ ਤਾਂ ਟਾਈਮ ਬਹੁਤ ਲੱਗ ਜਾਊਗਾ। ਤੁਸੀਂ ਜਦੋਂ 2 ਬੁੱਕਸ ਪਹਿਲਾਂ ਕਰ ਲਿਆ ਕਿਸੇ ਵੀ ਟੈਕਨੀਕ ਦੇ ਨਾਲ, ਫਸਟ ਆਪਣੀ ਬੇਸਿਕ ਦੀ, ਇੱਕ ਉਦੋਂ ਬਾਅਦ ਕੋਈ ਵੀ ਸਪੀਡ ਵਾਲੀ। ਲੈਂਗੁਏਜ ਡਿਪਾਰਟਮੈਂਟ ਹੈਗਾ ਉਹਦੇ ਵਿੱਚ ਸ਼੍ਰੇਣੀ ਭਾਸ ਹੈਗੀ ਆ, ਕਰਤਾਰ ਸਿੰਘ ਵਿੱਚ 60 ਵਾਲੀ ਹੈਗੀ ਆ, ਤੇ ਉਹਦਾ ਰਜਿੰਦਰ ਸਿੰਘ ਵਿੱਚੋਂ 80 ਵਾਲੀ ਜਿਹੜੀ ਹੈਗੀ ਆ 400 ਵਰਡ ਦੇ ਪੈਰੇ ਵਾਲੀ ਬੁੱਕ। ਜਿਹੜੇ ਸਟੂਡੈਂਟਾਂ ਨੇ ਪਹਿਲੀਆਂ 2 ਬੁੱਕਸ ਕਰ ਲਈਆਂ, ਸਾਲ ਉਹਨੂੰ ਹੋ ਗਿਆ ਆ, ਉਦੋਂ ਬਾਅਦ ਸਾਰੀਆਂ ਕਿਤਾਬਾਂ ਉਹਨੇ ਇਕੱਠੀਆਂ ਸਟਾਰਟ ਕਰ ਦੇਣੀਆਂ। ਜਿੰਨੀ ਉਹਦੀ ਕੈਪੈਸਿਟੀ ਹੈਗੀ, ਜਿੰਨਾ ਉਹਦੇ ਕੋਲ ਟਾਈਮ ਹੈਗਾ, ਉਹਨੇ ਇਕੱਠੀਆਂ ਸਟਾਰਟ ਕਰ ਦੇਣੀਆਂ ਬਿਨਾਂ ਪ੍ਰੈਕਟਿਸ ਤੋਂ। ਸਿਰਫ ਡਿਕਟੇਸ਼ਨ ਲਿਖਣੀ ਆ ਬਿਨਾਂ ਪ੍ਰੈਕਟਿਸ ਤੋਂ। ਬਾਕੀ ਜਿਹੜੀ ਬਚਦੀਆਂ ਤੁਹਾਡੀਆਂ 7 ਬੁੱਕਸ ਬਚਦੀਆਂ ਤੁਹਾਡੀਆਂ, ਉਹ 7 ਤੁਸੀਂ ਇਕੱਠੀਆਂ ਸਟਾਰਟ ਕਰ ਸਕਦੇ ਹੋ। 3 ਕਰਕੇ ਇਕੱਠੀਆਂ ਵੀ ਸਟਾਰਟ ਕਰ ਸਕਦੇ ਹੋ। 3 ਬੁੱਕਸ ਇਕੱਠੀਆਂ ਸਟਾਰਟ ਕਰੋ, ਤਿੰਨਾਂ ਵਿੱਚੋਂ ਇੱਕ ਪਹਿਲਾ ਪੈਰਾ ਸਟਾਰਟ ਕਰ ਦਿਓ। ਇਦਾਂ ਕਰਕੇ 3 ਮਹੀਨੇ 'ਚ ਤੁਸੀਂ ਸਾਰੀ ਬੁੱਕਸ ਕੰਪਲੀਟ ਕਰ ਦੇਣੀਆਂ। ਜਿਹੜੇ ਜ਼ਿਆਦਾ ਸਟੂਡੈਂਟ ਕੋਲ ਟਾਈਮ ਹੈਗਾ, 9 ਬੁੱਕਸ ਇਕੱਠੀਆਂ ਕਰਕੇ ਡੇਲੀ ਇੱਕ ਐਕਸਰਸਾਈਜ਼ ਕਰੇ ਤੇ 100 ਦਿਨਾਂ 'ਚ ਉਹ 100 ਡਿਕਟੇਸ਼ਨਾਂ ਕਰਕੇ 900 ਡਿਕਟੇਸ਼ਨ ਉਹ ਕਰ ਸਕਦਾ ਆ। ਉਹਨਾਂ 'ਚ ਪ੍ਰੈਕਟਿਸ ਦੀ ਲੋੜ ਨਹੀਂ ਹੈਗੀ। ਜੇ ਪਹਿਲੀ ਬੁੱਕ 'ਤੇ ਮਿਹਨਤ ਕਰ ਲਈ, ਦੂਜੀ 'ਚ ਮਿਹਨਤ ਕਰ ਲਈ ਆ, ਤੀਜੀ ਨੂੰ ਤੁਸੀਂ ਬਿਨਾਂ ਪ੍ਰੈਕਟਿਸ ਤੋਂ ਕਰਨੀ ਆ। ਇਹਨਾਂ ਬੁੱਕਸ ਨੂੰ ਕਰਨ ਤੋਂ ਬਾਅਦ, ਕਿਉਂਕਿ ਇਹ ਪਰਮਾਨੈਂਟਲੀ ਆਪਣਾ ਜਿਹੜਾ ਸਿਲੇਬਸ ਹੈਗਾ ਹੀ ਹੈਗਾ ਆ। ਤੁਹਾਨੂੰ ਦੱਸ ਦਿੱਤਾ ਵੀ ਕਿਉਂ, ਕੀ ਕਾਰਨ ਕੀ ਹੈਗਾ। ਜਿਹੜਾ ਇੰਸਟ੍ਰਕਟਰ ਜਿੱਥੋਂ ਦਾ ਹੈਗਾ ਉਹ ਆਪਦੇ ਅਕੋਰਡਿੰਗ ਮੈਟਰ ਪਾਏਗਾ। ਉਹਨੇ ਆਪਦੇ ਸਟੂਡੈਂਟ ਵੀ ਪਾਸ ਕਰਨੇ ਆ। ਉਸ ਪੇਪਰ ਵਿੱਚ ਤੁਹਾਡੇ ਨਾਲ ਉਹਦਾ ਆਪਦਾ ਸਟੂਡੈਂਟ ਵੀ ਬੈਠਾ ਹੋਊਗਾ। ਉਹ ਸਟੂਡੈਂਟ ਨੂੰ ਪਾਸ ਕਰਵਾਉਣ ਵਾਸਤੇ ਵੀ ਉਹਨੂੰ ਵੀ ਈਜ਼ੀ ਲੱਗੇ। ਜੇ ਉਹਨੂੰ ਈਜ਼ੀ ਆ ਗਿਆ ਤਾਂ ਤੁਹਾਨੂੰ ਵੀ ਈਜ਼ੀ ਆ ਹੀ ਜਾਣਾ ਆ। ਠੀਕ ਹੈ। ਪਰ ਤੁਹਾਡੀ ਉਹ ਟੈਕਨੀਕ ਕੀਤੀ ਹੋਣੀ ਚਾਹੀਦੀ ਆ, ਕਿਉਂਕਿ ਉਹਦੇ ਸਟੂਡੈਂਟ ਨੇ ਉਹ ਕੀਤੀ ਹੋਈ ਆ, ਉਹਦੇ ਵਾਸਤੇ ਉਹ ਈਜ਼ੀ ਆ। ਜੇ ਤੁਸੀਂ ਉਹ ਟੈਕਨੀਕ ਨਾ ਕੀਤੀ ਹੋਈ, ਤੁਹਾਡੇ ਵਾਸਤੇ ਉਹ ਟਫ ਆ। ਤਾਂ ਇਸ ਕਰਕੇ ਮੈਂ ਬੁੱਕਸ ਨੂੰ ਕਵਰ ਕਰਨ ਲਈ ਕਹਿੰਦਾ ਆ। ਠੀਕ ਹੈ। ਅਖਬਾਰ ਕਾਂਗਰਸ ਦੀ ਸਰਕਾਰ ਚੱਲੀ ਜਾਂਦੀ ਆ। ਕਾਂਗਰਸ ਦੀ ਜਿਹੜੀ ਨਿਊਜ਼ ਆਊਗੀ ਹਮੇਸ਼ਾ ਜਗਬਾਣੀ ਵਿੱਚ ਆਏਗੀ। ਕਾਂਗਰਸ ਨੇ ਕੋਈ ਵੀ ਕੰਮ ਕੀਤਾ, ਕੋਈ ਵੀ ਚੰਗਾ ਕੰਮ ਕੀਤਾ, ਉਹ ਜਗਬਾਣੀ ਵਿੱਚ ਸ਼ੋ ਹੋਏਗਾ, ਨਾ ਕਿ ਅਜੀਤ ਵਿੱਚ। ਅਜੀਤ ਵਿੱਚ ਉਹ ਚੀਜ਼ ਹੋਊਗਾ ਜਿਹੜਾ ਕਾਂਗਰਸ ਨੇ ਕੁਝ ਗਲਤ ਕੀਤਾ ਹੋਊਗਾ ਉਹ ਅਜੀਤ ਵਿੱਚ ਆਊਗਾ। ਕਾਂਗਰਸ ਜਿਹੜਾ ਜਗਬਾਣੀ ਹੈਗਾ ਉਹ ਕਾਂਗਰਸ ਦਾ ਅਖਬਾਰ ਆ, ਅਜੀਤ ਹੈਗਾ ਅਕਾਲੀਆਂ ਦਾ। ਇਹ ਤੁਹਾਨੂੰ ਪਤਾ ਹੀ ਆ। ਜਿਵੇਂ PTC ਨਿਊਜ਼ ਤੇ ਅਕਾਲੀਆਂ ਦੀ ਖਬਰ ਆਉਂਦੀ, ਨਾ ਕਿ ਕਾਂਗਰਸ ਦੀ ਆਉਂਦੀ ਆ। ਜੇ ਕੋਈ ਕਾਂਗਰਸ ਦੇ ਉਲਟ ਹੋਊਗੀ ਉਹ PTC ਨਿਊਜ਼ ਤੇ ਆਏਗੀ। ਜਿਹੜੇ ਬਾਕੀ ਚੈਨਲ ਹੈਗੇ ਆ ਉਹ 'ਚ ਖਬਰਾਂ ਆਉਣਗੀਆਂ ਸਰਕਾਰ ਦੀਆਂ, ਮੌਜੂਦਾ ਸਰਕਾਰ ਦੀਆਂ। ਕੁਝ ਅਖਬਾਰ ਚੈਨਲ ਜਿਹੜੇ ਹੈਗੇ ਉਹ ਸੱਚੇ ਵੀ ਹੋ ਸਕਦੇ ਆ। ਜਿਵੇਂ ਪਹਿਰੇਦਾਰ ਆ, ਠੇਠ ਬੰਦਾ ਹੈਗਾ, ਉਹ ਸੱਚ ਬੋਲਦਾ ਆ। ਠੀਕ ਹੈ। ਟ੍ਰਿਬਿਊਨ ਇੰਟਰਨੈਸ਼ਨਲ ਹੋਣ ਕਰਕੇ ਉਹ 'ਚ ਇਸ ਤਰ੍ਹਾਂ ਦਾ ਨਹੀਂ ਹੁੰਦਾ। ਉਹ ਜੋ ਸੱਚ ਹੁੰਦਾ ਉਹੀ ਬੋਲਦੇ ਆ।
ਇਸ ਕਰਕੇ ਜੇ ਹੁਣ ਜਿਹੜਾ ਮੌਜੂਦਾ ਸਿਚੁਏਸ਼ਨ ਹੈਗੀ ਆ, ਹੁਣ ਜਿਹੜੀਆਂ ਖਬਰਾਂ ਆਉਂਦੀਆਂ ਕਾਂਗਰਸ ਦੀਆਂ ਉਹ ਜਗਬਾਣੀ ਵਿੱਚ ਆ ਰਹੀਆਂ ਆ। ਹੁਣ ਇਸ ਟਾਈਮ ਜੇ ਪੇਪਰ ਕਾਂਗਰਸ ਸਰਕਾਰ ਲੈਂਦੀ ਆ ਤੇ ਪੇਪਰ ਜਗਬਾਣੀ ਵਿੱਚੋਂ ਆਉਣ ਦੇ ਚਾਂਸ ਜ਼ਿਆਦਾ ਹੈਗੇ ਆ, ਕਿਉਂਕਿ ਇਹਦੇ ਵਿੱਚ ਉਹਨਾਂ ਬਾਰੇ ਚੰਗੀਆਂ ਖਬਰਾਂ ਲੱਗੀਆਂ ਹੋਈਆਂ। ਠੀਕ ਆ, ਇਸ ਕਰਕੇ ਅਜੀਤ ਤਾਂ ਵੈਸੇ ਵੀ ਬਹੁਤ ਈਜ਼ੀ ਹੁੰਦਾ ਆ, ਉਹਨਾਂ ਨੂੰ ਨਹੀਂ ਪਤਾ ਹੁੰਦਾ ਤੁਹਾਨੂੰ ਜਿਹੜਾ ਅਜੀਤ ਲਿਖ ਰਹੇ ਆ ਉਹ ਸਟੈਨੋ ਵਾਲੇ ਨੇ ਵੀ ਲਿਖਣਾ ਆ। ਠੀਕ ਆ, ਉਹ ਈਜ਼ੀ ਹੁੰਦਾ। ਉਹ 'ਚ ਆਪਾਂ ਜਿਹੜਾ ਮੇਨ ਸੰਪਾਦਕੀ ਹੈਗਾ ਉਹਨੂੰ ਤਾਂ ਭਾਵੇਂ ਤੁਸੀਂ ਵੇਖ ਹੀ ਲਓ, ਉੱਤੇ ਨਿਗਾਹ ਮਾਰ ਲਓ, ਉਹ 'ਚ ਜੇ ਕੋਈ ਚੰਗਾ ਵਰਡ ਹੈਗਾ ਚੱਕ ਲਓ, ਤੇ ਬਾਕੀ ਜਿਹੜਾ ਸਾਈਡ ਤੇ ਸੱਜੇ ਪਾਸੇ ਜਿਹੜੇ ਸੰਪਾਦਕੀ ਦੇ ਹੋਰ ਪੇਜ ਹੈਗੇ ਆ, ਸੰਪਾਦਕੀ ਦੇ ਪੇਜ ਹੈਗੇ ਆਪਾਂ ਉਹ ਦੇਖਣੇ ਹੈਗੇ ਸਾਈਡ ਵਾਲੇ। ਉਹਦੇ ਵਿੱਚ ਡੇਲੀ 5-7 ਹਜ਼ਾਰ ਵਰਡ ਡੇਲੀ ਆਉਂਦਾ ਆ, ਉਹਦੇ ਵਿੱਚ ਨਵੇਂ ਵਰਡ ਕਿਹੜੇ ਹੈਗੇ ਆ ਉਹ ਤੁਸੀਂ ਦੇਖਣੇ ਆ। ਠੀਕ ਹੈ, ਇਸ ਕਰਕੇ ਹੁਣ ਅਜੀਤ ਕਰਨ ਦੀ ਲੋੜ ਨਹੀਂ ਹੈਗੀ ਜਿਹੜੇ ਕਾਂਗਰਸ ਸਰਕਾਰ ਦੇ ਵਿੱਚ। ਜਦੋਂ ਅਕਾਲੀਆਂ ਦੀ ਸਰਕਾਰ ਆਊਗੀ ਉਦੋਂ ਆਪਾਂ ਅਜੀਤ ਕਰ ਲਵਾਂਗੇ, ਕਿਉਂਕਿ ਜੇ ਸਰਕਾਰ ਨੇ ਉਹਦੀਆਂ ਵਡਿਆਈਆਂ ਕਰਨੀਆਂ। ਇਹ ਚਾਪਲੂਸ ਅਖਬਾਰਾਂ ਵਾਲੇ ਹੁੰਦੇ ਆ ਤੇ ਉਹਨਾਂ ਨੇ ਜਿਹੜੀ ਸਰਕਾਰ ਨੇ ਪੈਸਾ ਦੇਤਾ ਉਹਦੀ ਚਾਪਲੂਸੀ ਕਰਨੀ ਸਟਾਰਟ ਕਰ ਦੇਣੀ ਆ। ਜਿਹੜੇ ਇਹਨਾਂ ਦੇ ਮੇਨ ਲੀਡਰ ਹੈਗੇ, ਜਿਹੜੇ ਸੰਪਾਦਕ ਹੈਗੇ ਆ, ਉਹ ਸਰਕਾਰ ਦੇ ਅੰਡਰ ਹੁੰਦੇ ਆ। ਅਜੀਤ ਦੇ ਜਿਹੜੇ ਹੈਗੇ ਉਹ ਅਕਾਲੀਆਂ ਵਾਲੇ ਪਾਸੇ ਹੈਗੇ ਆ, ਤੇ ਜਗਬਾਣੀ ਵਾਲੇ ਜਿਹੜੇ ਸੰਪਾਦਕ ਹੈਗੇ ਉਹ ਕਾਂਗਰਸ ਵਾਲੇ ਪਾਸੇ ਹੈਗੇ ਆ। ਤੇ ਅਖਬਾਰ ਆਪਾਂ ਨੂੰ ਸਾਰੇ ਕਰਨੇ ਪੈਣਗੇ, ਜਗਬਾਣੀ ਵੀ ਕਰਨਾ ਪੈਣਾ, ਅਜੀਤ ਵੀ ਕਰਨਾ ਪੈਣਾ, ਜਾਗਰਣ ਵੀ ਕਰਨਾ ਪੈਣਾ, ਸਪੋਕਸਮੈਨ ਵੀ ਕਰਨਾ ਪੈਣਾ, ਪਹਿਰੇਦਾਰ ਵੀ ਕਰਨਾ ਪੈਣਾ, ਟ੍ਰਿਬਿਊਨ ਵੀ ਕਰਨਾ ਪੈਣਾ। ਠੀਕ ਹੈ, ਵਰਡਿੰਗ ਆਪਾਂ ਕੋਈ ਵੀ ਨਹੀਂ ਛੱਡਣੀ ਹੈਗੀ ਤੇ ਬਿਨਾਂ ਪੈਡਸ ਤੋਂ ਕਰਨੀ ਆ। ਇਹ ਹੁਣ ਟਾਈਮ ਇਸ ਤਰ੍ਹਾਂ ਦਾ ਹੈਗਾ ਜਿਹਦੇ ਵਿੱਚ ਬਿਨਾਂ ਪੈਡਸ ਤੋਂ ਕਰਨੀ ਹੈਗੀ। ਹੁਣ ਨਹੀਂ ਪੇਜ ਭਰੀ ਜਾਣੇ, ਪੇਜ ਉਹਨੂੰ ਭਰਨ ਦੀ ਲੋੜ ਪੈਣੀ ਜਿਹਨੇ ਪਹਿਲਾਂ ਮਿਹਨਤ ਨਹੀਂ ਕੀਤੀ। ਜਿਹੜੇ ਮਿਹਨਤ ਕਰਕੇ ਅੱਗੇ ਆਏ ਆ ਉਹਨੂੰ ਕਿਸੇ ਪੇਜ ਭਰਨ ਦੀ ਲੋੜ ਨਹੀਂ ਹੈਗੀ। 1 ਸਾਲ ਤੋਂ ਬਾਅਦ, ਜਿਹਨੂੰ ਸਾਲ ਤੋਂ ਉੱਪਰ ਟਾਈਮ ਹੋ ਗਿਆ, ਬਿਨਾਂ ਪੈਡਸ ਤੋਂ ਦਿਮਾਗ ਨੂੰ ਚਲਾਓ। ਠੀਕ ਆ, ਮੈਂ ਗੱਲ ਤੁਹਾਨੂੰ ਸਮਝ ਲੱਗ ਗਈ ਹੋਣੀ। ਵਰਡਿੰਗ ਸਾਰੀ ਕਵਰ ਕਰਨੀ ਪੈਣੀ ਹੈਗੀ ਆ। ਹੁਣ ਜਿਹੜਾ ਟਾਈਮ ਚੱਲਦਾ ਪਿਆ, ਕੋਈ ਸਿਫਾਰਿਸ਼ ਨਹੀਂ ਚੱਲਣੀ, ਕੋਈ ਪੈਸਾ ਨਹੀਂ ਚੱਲਣਾ ਹੈਗਾ। ਜਿਹੜਾ ਬੰਦਾ ਮਿਹਨਤੀ ਹੋਇਆ ਜੋਬ ਉਹਨੂੰ ਮਿਲਣੀ ਆ। ਤੇ ਹੁਣ ਇਹ ਨਹੀਂ ਹੈਗਾ ਸਰਕਾਰ ਪਹਿਲੀ ਵਾਰੀ ਪੋਸਟਾਂ ਕੱਢੇਗੀ ਤੇ ਪਹਿਲੀ ਵਾਰੀ ਘਪਲੇ ਚੱਲ ਪੈਣਾ। ਇਸ ਕਰਕੇ ਇੱਕ ਵਾਰੀ ਪੋਸਟਾਂ ਹੁਣ ਆਉਣੀਆਂ, ਇੱਕ ਵਾਰੀ ਵੋਟਾਂ ਨੇੜੇ ਆ ਸਕਦੀਆਂ, ਇੱਕ ਪਹਿਲਾਂ ਆਉਣਗੀਆਂ। ਤੇ ਅੱਜ ਲਾਕਡਾਊਨ ਜਲਦੀ ਖਤਮ ਹੋ ਜਾਂਦਾ ਤਾਂ ਮੈਂ ਕਹਿ ਰਿਹਾ। ਜੇ ਲਾਕਡਾਊਨ ਹੋਰ ਲੰਮਾ ਚਲਾਉਂਦੇ ਕੋਈ ਹੋਰ ਮੈਂ ਕਹਿ ਨਹੀਂ ਸਕਦਾ। ਜੇ ਲਾਕਡਾਊਨ ਨਾ ਹੁੰਦਾ, ਪ੍ਰੋਬਲਮ ਨਾ ਹੁੰਦੀ, ਪੋਸਟ ਆਪਣੀਆਂ ਹੁਣ ਆ ਜਾਣੀਆਂ ਸੀਗੀਆਂ। ਤੇ ਜਿਹੜੇ ਵਿਧਾਨ ਸਭਾ ਦੀ ਤਿਆਰੀ ਕਰਦੇ ਆ ਉਹ ਤਾਂ ਤਿਆਰ ਰਹਿਣ। ਜਿੱਦਣ ਵੀ ਥੋੜੀ ਢਿੱਲ ਮਿਲੀ ਸਰਕਾਰ ਨੇ ਪੇਪਰ ਲੈ ਲੈਣਾ ਤੁਹਾਡਾ। ਫਿਰ ਨਾ ਕੋਈ ਪਤਾ ਨਹੀਂ ਲੱਗਾ, ਸਾਨੂੰ ਵੀ ਟਾਈਮ ਮਿਲਿਆ ਨਹੀਂ ਸਾਨੂੰ ਤਿਆਰੀ ਕਰਨ ਦਾ। ਜਿਹੜੇ ਤਾਂ ਵਿਧਾਨ ਸਭਾ ਦੀ ਤਿਆਰੀ ਕਰ ਰਹੇ ਸੀਗੇ ਉਹ ਟੌਪ 'ਤੇ ਤਾਂ ਬੈਠੇ ਰਹਿਣ ਤਿਆਰੀ ਕਰਕੇ। ਠੀਕ ਹੈ, ਕਾਂਗਰਸ ਬੋਰਡ ਦੀਆਂ ਪੋਸਟਾਂ ਵਾਸਤੇ ਵੇਟ ਨੂੰ ਕਰਨੀ ਪੈਣੀ ਹੈਗੀ ਆ। ਇਸ ਵਿੱਚ ਨਿਬੜੇਗੀ ਪਰ ਪੇਪਰ ਜਲਦੀ ਆਪਣਾ ਆ ਜਾਣਾ ਤੇ ਤਿਆਰੀ ਕਰਨ ਦਾ ਟਾਈਮ ਨਹੀਂ ਮਿਲਣਾ, ਇਹ ਤੁਹਾਨੂੰ ਪਹਿਲਾਂ ਦੱਸਦਾ ਪਿਆ। ਠੀਕ ਹੈ, ਸਰਕਾਰ ਕੋਲ ਇਹਨਾਂ ਟਾਈਮ ਨਹੀਂ ਹੋਣਾ ਵੀ ਤੁਹਾਨੂੰ ਉਹ ਨੋਟੀਫਿਕੇਸ਼ਨ ਕੱਢ ਕੇ ਨਾਲ ਦੀ ਪੇਪਰ ਉਹਨੇ ਬੁਲਾ ਲੈਣਾ। ਤੁਹਾਨੂੰ ਟਾਈਮ ਨਹੀਂ ਦੇਣਾ ਤਿਆਰੀ ਕਰਨ ਵਾਸਤੇ। ਠੀਕ ਹੈ, ਤਿਆਰ ਰਹੋ ਪਹਿਲਾਂ ਹੀ। ਅਖਬਾਰਾਂ ਦਾ ਜਿਹੜੀ ਕਿਤਾਬਾਂ ਹੈਗੀਆਂ ਉਹ ਬਿਨਾਂ ਪੈਡਸ ਤੋਂ ਕਰਨਾ ਸਟਾਰਟ ਕਰੋ। ਦਿਮਾਗ ਨੂੰ ਕ੍ਰੀਏਟਿਵ ਬਣਾਓ, ਦਿਮਾਗ ਚੱਲੂਗਾ। ਜੰਗਾਲ ਜਿਹੜੀ ਲੱਗੀ ਦਿਮਾਗ ਨੂੰ ਉਹ ਨਿਕਲੇਗੀ ਤੇ ਫਿਰ ਹੀ ਆਪਣੇ ਅੱਖਰ ਲਿਖੇ ਜਾਣਗੇ। ਨਹੀਂ ਤਾਂ ਪ੍ਰੈਕਟਿਸ ਕਰ ਕਰਕੇ ਰੱਟੇ ਮਾਰ ਕੇ ਕੋਈ ਫਾਇਦਾ ਨਹੀਂ ਰਹਿਣਾ। ਪੇਪਰ 'ਚ ਵਰਡ ਉਹ ਆਣੇ ਜਿਹੜੇ ਤੁਸੀਂ ਨਹੀਂ ਕੀਤੇ। ਠੀਕ ਹੈ, ਮਿਹਨਤ ਕਰੋ, ਮਿਹਨਤ ਬਿਨਾਂ ਕੰਮ ਨਹੀਂ ਚੱਲਣਾ। ਵਿਹਲੇ ਨਾ ਰਹੋ। ਠੀਕ ਹੈ ਜੀ, ਥੈਂਕ ਯੂ।